ਆਓ ਜੋ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਸੁਖਮਨੀ ਸਾਹਿਬ ਜੀ ਦੀ ਆਪਣੀ ਲੜੀਵਾਰ ਚੱਲ ਰਹੀ ਹੈ ਵਿਚਾਰ। ਅੱਗੇ ਆਰੰਭ ਕਰੀਏ। ਅੱਜ ਆਪਾਂ 14ਵੀਂ ਅਸ਼ਟਪਦੀ ਦੇ 6ਵੇਂ ਪਦੇ ਦੀ ਵਿਚਾਰ ਕਰਨ ਦਾ ਉਦਮ ਉਪਰਾਲਾ ਕਰ ਰਹੇ ਹਾਂ। ਕੱਲ 5ਵੇਂ ਪਦੇ ਦੇ ਅਖੀਰਲੀਆਂ ਪੰਕਤੀਆਂ ਅੰਦਰ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਾਂ ਨੂੰ ਸਮਝਾ ਰਹੇ ਸਨ ਕਿ ਜਬ ਦੇਖੋ ਤਬ ਸਭ ਕਿਛ ਮੂਲ, ਨਾਨਕ ਸੋ ਸੂਖਮ ਸੋਈ ਅਸੂਲ। ਕਿ ਜਦੋਂ ਜੀਵ ਨੂੰ ਪੂਰਨ ਤੌਰ ਤੇ ਆਤਮਿਕ ਗਿਆਨ, ਬ੍ਰਹਮ ਦਾ ਗਿਆਨ, ਸੱਚ ਦਾ ਗਿਆਨ ਪ੍ਰਾਪਤ ਹੋ ਜਾਂਦਾ, ਉਹਨੂੰ ਫਿਰ ਇਸ ਗੱਲ ਦਾ ਭੇਦ ਆ ਜਾਂਦਾ ਕਿ ਜੋ ਵੀ ਮੈਂ ਦ੍ਰਿਸ਼ਟਮਾਨ ਸੰਸਾਰ ਵੇਖ ਰਿਹਾ, ਆਪਣਾ ਸਰੀਰ ਵੇਖ ਰਿਹਾ ਜਾਂ ਆਪਣੇ ਮਨ ਦੀ ਜੋਤ ਨੂੰ ਵੇਖ ਰਿਹਾ, ਇਹ ਸਾਰੇ ਦਾ ਮੂਲ ਇੱਕ ਆਪ ਹੀ ਪਰਮਾਤਮਾ ਹੈ। ਕਿਉਂਕਿ ਸਰੀਰ ਆਪਣਾ 5 ਤੱਤਾਂ ਦਾ ਬਣਿਆ, 5 ਤੱਤ ਵੀ ਪਰਮਾਤਮਾ ਨੇ ਆਪਣੇ ਵਿੱਚੋਂ ਹੀ ਪੈਦਾ ਕੀਤੇ ਆ, ਜਿਹਦੇ ਬਾਰੇ ਸਾਨੂੰ ਗੁਰਬਾਣੀ ਅੰਦਰ ਪਾਤਸ਼ਾਹ ਗਿਆਨ ਦੇ ਰਹੇ ਹਨ। 5 ਤੱਤ ਸੁਨੋ ਪ੍ਰਗਾਸਾ, ਦੇਹ ਸੰਜੋਗੀ ਕਰਮ ਅਭਿਆਸਾ। ਉਹਨੇ ਇਹ 5 ਤੱਤ ਵੀ ਜਿਨ੍ਹਾਂ ਦੇ ਨਾਲ ਸਾਡਾ ਸਰੀਰ ਬਣਦਾ, ਇਹ ਵੀ ਆਪਣੇ ਵਿੱਚੋਂ ਹੀ ਪੈਦਾ ਕੀਤੇ ਆ। ਸੱਚ ਦੇ ਵਿੱਚੋਂ ਪੌਣ, ਪਾਣੀ, ਅਗਨ, ਧਰਤੀ, ਆਕਾਸ਼। ਤੇ ਪਾਤਸ਼ਾਹ ਸਮਝਾ ਰਹੇ ਹਨ, ਜਦੋਂ ਫਿਰ ਇਸ ਗੱਲ ਦੀ ਸੋਝੀ ਆ ਜਾਂਦੀ ਆ ਕਿ ਸਾਡਾ ਸਰੀਰ ਦ੍ਰਿਸ਼ਟਮਾਨ ਜੋ ਵੀ ਸੰਸਾਰ ਵੇਖ ਰਿਹਾ, ਜੋ ਇਹਨਾਂ ਨੇਤਰਾਂ ਦੇ ਨਾਲ ਦਿਖਾਈ ਦੇ ਰਿਹਾ, ਤੇ ਸਾਰੇ ਜੀਵਾਂ ਦੇ ਅੰਦਰ ਜੋ ਸੂਖਮ ਮਨ ਹੈ ਜਾਂ ਸੂਖਮ ਹੋਰ ਤੱਤ ਨੇ, ਜੋ ਵੀ ਇਹ ਸੰਸਾਰ ਦਾ ਵਰਤਾਰਾ ਵਰਤ ਰਿਹਾ, ਇਹ ਸਾਰੇ ਕੁਝ ਦਾ ਮੂਲ ਆਪ ਸੱਚ ਹੀ ਪਰਮਾਤਮਾ ਹੈ। ਜਬ ਦੇਖੋ ਤਬ ਸਭ ਕਿਛ ਮੂਲ, ਨਾਨਕ ਸੋ ਸੂਖਮ ਸੋਈ ਅਸੂਲ। ਤੇ ਅੱਜ ਦੇ ਪਾਵਨ ਬਚਨਾਂ ਦੁਆਰਾ ਫਿਰ ਸਤਿਗੁਰੂ ਸਮਝਾ ਰਹੇ ਆ। ਕਹਿੰਦੇ ਜਦੋਂ ਹੈ ਹੀ ਸਾਰਾ ਖੇਲ ਉਸ ਦਾ, ਬਹੁਤ ਗਹਿਰਾਈ ਵਾਲੀ ਵਿਚਾਰ ਪਾਤਸ਼ਾਹ ਸਮਝਾ ਰਹੇ ਆ। ਕਹਿੰਦੇ ਨਹਿ ਕਛ ਜਨਮੈ ਨਹਿ ਕਛ ਮਰੈ, ਆਪਨ ਚਲਤ ਆਪ ਹੀ ਕਰੈ। ਕਹਿੰਦੇ ਇੱਥੇ ਨਾ ਕੋਈ ਜੀਵ ਜੰਮਦਾ ਹੈ ਤੇ ਨਾ ਕੋਈ ਮਰਦਾ ਹੈ। ਇਹ ਤਾਂ ਉਸ ਮਾਲਿਕ ਦਾ ਇੱਕ ਖੇਡ ਚੱਲ ਰਿਹਾ, ਜਿਹਨੂੰ ਪਾਤਸ਼ਾਹ ਗੁਰਬਾਣੀ ਅੰਦਰ ਇੱਕ ਜਗ੍ਹਾ ਇਹ ਵੀ ਸਮਝਾਉਂਦੇ ਨੇ, ਇਹ ਤੋ ਰਚਨ ਰਚਿਆ ਕਰਤਾਰ, ਆਵਤ ਜਾਵਤ ਹੁਕਮ ਅਪਾਰ। ਕਿ ਇਹ ਤਾਂ ਮਾਲਿਕ ਦਾ ਇੱਕ ਤਮਾਸ਼ਾ ਖੇਡ ਚੱਲ ਰਿਹਾ, ਜਿਹਦੇ ਅੰਦਰ ਜੀਵ ਆ ਰਹੇ ਆ, ਸੰਸਾਰ ਦੇ ਅੰਦਰ ਤੇ ਜਾ ਰਹੇ ਆ। ਇੱਥੇ ਨਾ ਕੋਈ ਜੰਮਦਾ ਹੈ ਤੇ ਨਾ ਕੋਈ ਮਰਦਾ। ਸਿਰਫ ਹੁੰਦਾ ਕੀ ਆ, ਜਿਨ੍ਹਾਂ ਨੇ ਤਾਂ 84 ਲੱਖ ਜੂਨ ਦੀ ਸਰਦਾਰੀ ਮਾਨਸ ਦੇ ਜਾਮੇ ਦੇ ਅੰਦਰ ਆ ਕੇ ਆਪਣੇ ਮੂਲ ਦੀ ਪਛਾਣ, ਸੰਗਤ ਦੇ ਵਿੱਚ ਆ ਕੇ ਗੁਰੂ ਦੀ ਮੱਤ ਦੁਆਰਾ ਇਹ ਖੇਡ ਸਿੱਖ ਲਿਆ। ਉਹ ਤਾਂ ਜਦੋਂ ਉਹਨਾਂ ਦਾ ਇਹ ਖੇਲ ਸਮਾਪਤ ਹੁੰਦਾ, ਉਹ ਆਪਣੇ ਮਾਲਿਕ ਪਰਮਾਤਮਾ ਦੇ ਅੰਦਰ ਲੀਨ ਹੋ ਜਾਂਦੇ ਆ ਤੇ ਉਹਦਾ ਰੂਪ ਹੋ ਜਾਂਦੇ ਆ। ਜਿਹੜੇ ਜੀਵ ਆਪਣੇ ਜੀਵਨ ਦੀ ਬਾਜੀ ਹਾਰ ਜਾਂਦੇ ਆ, ਉਹ ਫਿਰ ਪਤਾ ਨਹੀਂ ਕਿੰਨਾ ਕੁ ਲੰਬਾ ਸਮਾਂ ਹੋਰ ਆ ਟੇਢੀਆਂ ਜੂਨਾਂ ਦਾ ਕੱਪੜਾ ਪਾ ਕੇ ਸੰਸਾਰ ਦੇ ਅੰਦਰ ਦੁੱਖ ਭੋਗ ਰਹੇ ਆ। ਪਾਤਸ਼ਾਹ ਸਮਝਾ ਰਹੇ ਹਨ, ਜੰਮਦਾ ਇੱਥੇ ਕੋਈ ਨਹੀਂ ਤੇ ਮਰਦਾ ਕੋਈ ਨਹੀਂ, ਇੱਕ ਖੇਲ ਚੱਲ ਰਿਹਾ। ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲਤ ਆਪ ਹੀ ਕਰੇ। ਬਸ ਆ ਕਾਇਆ ਦਾ ਕੱਪੜ ਹੈ
ਇਹ ਬਦਲੀ ਹੋ ਜਾਂਦਾ। ਇਸ ਕਾਇਆ ਦੇ ਕੱਪੜ ਨੂੰ ਆਪਣੇ ਸਰੀਰ ਦਾ ਨਾਸ਼ ਕਰ ਦਿੱਤਾ ਜਾਂਦਾ। ਆਪੋ ਆਪਣੇ ਧਰਮਾਂ ਅਨੁਸਾਰ ਇਹਨੂੰ ਨਸ਼ਟ ਕਰ ਦਿੰਦੇ ਆ। ਕੋਈ ਅਗਨ ਭੇਟ ਕਰ ਦਿੰਦਾ, ਕੋਈ ਮਿੱਟੀ 'ਚ ਦੱਬ ਦਿੰਦਾ, ਕੋਈ ਪਾਣੀ 'ਚ ਸੁੱਟਿਆ ਆਉਂਦਾ। ਤੇ ਪਾਤਸ਼ਾਹ ਕਹਿੰਦੇ ਜਿਹੜਾ ਇਹਦੇ ਅੰਦਰ ਮਨ ਆ ਉਹ ਨਾ ਜੰਮਦਾ ਤੇ ਨਾ ਮਰਦਾ। ਉਹਨੂੰ ਤਾਂ ਮਾਲਕ ਵੱਲੋਂ ਇਹ ਧਰਤੀ ਧਰਮਸ਼ਾਲਾ ਦੇ ਉੱਪਰ ਇੱਕ ਗਰਾਊਂਡ ਦੇ ਅੰਦਰ ਵਰਦੀ ਪਾ ਕੇ ਖੇਡਣ ਵਾਸਤੇ ਭੇਜਿਆ ਜਾਂਦਾ। ਤੇ ਸਾਰਿਆਂ ਤੋਂ ਉੱਤਮ ਕੱਪੜਾ ਹੈ ਮਾਨਸ ਜਾਮੇ ਦਾ, ਜਿਹਦੇ ਅੰਦਰ ਵਾਹਿਗੁਰੂ ਨੇ ਸਾਨੂੰ ਅਕਲ ਦੀ ਕਲਾ ਦਿੱਤੀ ਆ, ਗਿਆਨ ਦਿੱਤਾ। ਜੇ ਤਾਂ ਇਹ ਸਮਾਂ ਰਹਿੰਦੇ ਰਹਿੰਦੇ ਅਸੀਂ ਆਪਣੇ ਜੀਵਨ ਦੀ ਬਾਜੀ ਜਿੱਤ ਲੈਂਦੇ ਹਾਂ, ਫੇਰ ਤਾਂ ਜਿਵੇਂ ਪ੍ਰਤੱਖ ਸੰਸਾਰ 'ਚ ਆਪਾਂ ਵੇਖਦੇ ਹਾਂ, ਜਿਹੜੇ ਖਿਡਾਰੀ ਅੱਛੀ ਮਿਹਨਤ ਕਰਦੇ ਆ, ਜਦੋਂ ਉਹ ਗਰਾਊਂਡ ਦੇ ਵਿੱਚੋਂ ਜਿੱਤ ਕੇ ਨਿਕਲਦੇ ਤਾਂ ਬਾਹਾਂ ਉੱਚੀਆਂ ਕਰਕੇ ਖੁਸ਼ੀ ਮਨਾਉਂਦੇ ਬਾਹਰ ਜਾਂਦੇ। ਤੇ ਜਿਹੜੇ ਦੇਖਣ ਵਾਲੇ ਦਰਸ਼ਕ ਆ ਉਹ ਵੀ ਉਹਨਾਂ ਦਾ ਸਤਿਕਾਰ ਕਰਦੇ। ਤੇ ਜਿਹੜੇ ਫਿਰ ਹਾਰ ਜਾਂਦੇ ਖਿਡਾਰੀ, ਉਹਨਾਂ ਨੂੰ ਨਮੋਸ਼ੀ ਦਾ ਮੂੰਹ ਦੇਖਣਾ ਪੈਂਦਾ। ਇਸੇ ਤਰ੍ਹਾਂ ਸਾਡੇ ਜੀਵਨ ਦੀ ਖੇਲ ਆ। ਜੇ ਤਾਂ ਅਸੀਂ ਇਹ ਮਾਨਸ ਦੇ ਕੱਪੜੇ ਦੇ ਅੰਦਰ, ਇਹ ਮਾਤ ਲੋਕ ਗਰਾਊਂਡ ਦੇ ਉੱਪਰ ਮਾਲਕ ਨੇ ਸਾਨੂੰ ਭੇਜਿਆ ਖੇਡਣ ਵਾਸਤੇ, ਇਹਦੇ 'ਚ ਰਹਿੰਦਿਆਂ ਆਪਣੇ ਮੂਲ ਦਾ ਆਪ ਦਾ ਗਿਆਨ ਪ੍ਰਾਪਤ ਕਰਕੇ ਆਪਣੇ ਮਾਲਕ ਪ੍ਰਭੂ ਦੇ ਅੰਦਰ ਅਭੇਦ ਹੋਣਾ ਸਿੱਖ ਲਿਆ, ਤਾਂ ਜਦੋਂ ਸਾਡਾ ਅੰਤ ਸਮਾਂ ਆਉਣਾ, ਅਸੀਂ ਇਹ ਸਰੀਰ ਰੂਪੀ ਖੇਤ ਨੂੰ, ਸਰੀਰ ਰੂਪੀ ਗਰਾਊਂਡ ਨੂੰ, ਇਹ ਸੰਸਾਰ ਨੂੰ ਖੁਸ਼ੀ ਦੇ ਨਾਲ ਛੱਡ ਕੇ ਤੇ ਖੁਸ਼ੀ ਮਨਾਉਂਦੇ ਆਪਦੇ ਮਾਲਕ ਦੀ ਗੋਦ ਦੇ ਅੰਦਰ ਚਲੇ ਜਾਣਾ। ਜੇ ਅਸੀਂ ਇਹ ਜਾਣਕਾਰੀ ਨਹੀਂ ਰੱਖਦੇ ਤਾਂ ਫਿਰ ਔਖਾ ਬੜਾ ਸਰੀਰ ਛੱਡਣਾ। ਕਿਤੇ ਆਪਾਂ ਅੰਤਮ ਸਮਾਂ ਕਿਸੇ ਦਾ ਵੇਖਿਓ, ਕਿਸ ਤਰ੍ਹਾਂ ਉਹਦੇ ਨੇਤਰਾਂ 'ਚੋਂ ਨੀਰ ਚੱਲ ਰਿਹਾ ਹੁੰਦਾ, ਕਿਵੇਂ ਉਹਦੇ ਹੱਥ ਤੇ ਪੈਰ ਮਰੋੜੇ ਜਾ ਰਹੇ ਹੁੰਦੇ ਆ। ਹੱਥ ਮਰੋੜੈ ਤਨ ਕੱਪੈ ਸਿਆਹੋ ਹੋਆ ਸੇਤ, ਬੜਾ ਔਖਾ ਖੇਡ। ਹੁਣ ਪਾਤਸ਼ਾਹ ਅੱਜ ਦੇ ਪਾਵਨ ਬਚਨਾਂ ਅੰਦਰ ਸਮਝਾ ਰਹੇ ਆ, ਕਹਿੰਦੇ ਨਾ ਕੋਈ ਜੰਮਦਾ ਤੇ ਨਾ ਕੋਈ ਮਰਦਾ, ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲਤ ਆਪ ਹੀ ਕਰੈ। ਕਹਿੰਦੇ ਇਹ ਤਾਂ ਉਹ ਮਾਲਕ ਦਾ ਇੱਕ ਖੇਡ ਚੱਲ ਰਿਹਾ, ਜੀਵਾਂ ਨੂੰ ਸੰਸਾਰ ਦੇ ਅੰਦਰ ਭੇਜੀ ਜਾਂਦਾ ਤੇ ਜਿੱਤ ਹਾਰ ਦਾ ਫੈਸਲਾ ਮਾਨਸ ਜਾਮੇ ਦੇ ਅੰਦਰ ਹੁੰਦਾ। ਬਾਕੀ 84 ਲੱਖ ਜੂਨ ਤਾਂ ਦੁੱਖਾਂ ਦੇ ਅੰਦਰ ਹੀ ਜੀਵ ਭੋਗਦਾ। ਇਸੇ ਕਰਕੇ ਮਹਾਰਾਜ ਸਾਨੂੰ ਸਮਝਾ ਰਹੇ ਆ, 184 ਜੂਨ ਸਵਾਈ ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁਕੈ ਸੋ ਆਏ ਜਾਏ ਦੁੱਖ ਪਾਇਂਦਾ। ਆਵਨ ਜਾਵਨ ਦ੍ਰਿਸ਼ਟ ਅੰਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬਖਸ਼ਿਸ਼ ਕਰ ਰਹੇ ਆ ਕਿ ਆਵਨ ਜਾਵਨ ਦ੍ਰਿਸ਼ਟ ਅਣਦ੍ਰਿਸ਼ਟ, ਸੰਸਾਰ ਦੇ ਅੰਦਰ ਜੀਵ ਆ ਰਹੇ ਆ ਤੇ ਜਾ ਰਹੇ ਆ। ਕੁਝ ਕੁ ਦਿਖਾਈ ਦਿੰਦੇ ਆ, ਕੁਝ ਕੁ ਦਿਖਾਈ ਨਹੀਂ ਦਿੰਦੇ। ਜਿਵੇਂ ਆਪਣਾ ਸਰੀਰ ਆਪਾਂ ਨੂੰ ਦਿਖਾਈ ਦਿੰਦਾ, ਜਿਹੜੀ ਚੀਜ਼ ਦਿਖਾਈ ਦਿੰਦੀ ਆ ਇਹਨੂੰ ਕਹਿੰਦੇ ਨੇ ਅਸਥੂਲ, ਤੇ ਜਿਹੜੀ ਇਹਨਾਂ ਨੇਤਰਾਂ ਦੇ ਨਾਲ ਦਿਖਾਈ ਨਹੀਂ ਦਿੰਦੀ ਉਹਨੂੰ ਕਹਿੰਦੇ ਨੇ ਅਣਦ੍ਰਿਸ਼ਟ। ਦ੍ਰਿਸ਼ਟ ਤੇ ਅਣਦ੍ਰਿਸ਼ਟ। ਹੁਣ ਸਰੀਰ ਦਿਖਾਈ ਦਿੰਦਾ, ਮਨ ਨਹੀਂ ਦਿਖਾਈ ਦਿੰਦਾ, ਗੁਰੂ ਮਤ ਬਗੈਰ ਆਤਮਾ ਨਹੀਂ ਦਿਖਾਈ ਦਿੰਦੀ। ਤੇ ਜੋ ਇਹ ਸੂਖਮ ਖੇਡ ਮਾਲਕ ਦਾ ਚੱਲ ਰਿਹਾ, ਜਿਵੇਂ ਅੱਜ ਵਿਗਿਆਨ ਨੇ ਤਰੱਕੀ ਕੀਤੀ ਆ, ਬਹੁਤ ਸਾਰੇ ਸੂਖਮ ਜੀਵ ਨੇ ਜਿਹੜੇ ਕਿਸੇ ਸਾਧਨ ਨਾਲ ਵੇਖੇ ਜਾਂਦੇ ਆ। ਜਿਵੇਂ ਆਪਾਂ ਦਹੀਂ ਵਗੈਰਾ ਖਾਂਦੇ, ਉਹ 'ਚ ਬਹੁਤ ਸਾਰੇ ਸੂਖਮ ਜੀਵ ਆ ਜਿਹੜੇ ਸਾਨੂੰ ਇਹਨਾਂ ਨੇਤਰਾਂ ਨਾਲ ਨਹੀਂ ਦਿਖਾਈ ਦਿੰਦੇ, ਵਿਗਿਆਨ ਦੇ ਸਾਧਨ ਨਾਲ ਦਿਖਾਈ ਦਿੰਦੇ ਆ। ਅਸੀਂ ਆ ਸਵਾਸ ਲੈਂਦੇ ਆ, ਬਹੁਤ ਸਾਰੇ ਸੂਖਮ ਜੀਵ ਸਾਡੇ ਅੰਦਰ ਜਾ ਰਹੇ ਆ।
ਜਾਣੀ ਕਿ ਦੋ ਤਰ੍ਹਾਂ ਦਾ ਇਹ ਖੇਡ ਚੱਲ ਰਿਹਾ ਸੰਸਾਰ ਦੇ ਅੰਦਰ। ਇੱਕ ਦ੍ਰਿਸ਼ਟਮਾਨ ਜੋ ਇਹਨਾਂ ਨੇਤਰਾਂ ਦੇ ਨਾਲ ਦਿਖਾਈ ਦੇ ਰਿਹਾ, ਇੱਕ ਅਨਦ੍ਰਿਸ਼ਟ ਜਿਹੜਾ ਦਿਖਾਈ ਨਹੀਂ ਦਿੰਦਾ। ਜਿਵੇਂ ਮਾਲਿਕ ਨਿਰੰਕਾਰ ਹੈ, ਉਹਨੂੰ ਵੇਖਣ ਵਾਸਤੇ ਸਾਨੂੰ ਬੁੱਧੀ ਰੂਪੀ ਨੇਤਰਾਂ ਤੇ ਭਗਤੀ ਦੀ ਐਨਕ ਲਾਉਣੀ ਪੈਂਦੀ, ਫੇਰ ਪਰਮਾਤਮਾ ਦਿਖਾਈ ਦਿੰਦਾ। ਸਾਡੇ ਸਰੀਰ ਦੇ ਅੰਦਰ ਸਾਡਾ ਮਨ ਹੈ, ਸਾਡੀ ਆਤਮਾ ਹੈ, ਉਹਨੂੰ ਵੇਖਣ ਵਾਸਤੇ ਸਾਨੂੰ ਯਤਨ ਕਰਨਾ ਪੈਂਦਾ, ਸਾਧਨ ਕਰਨਾ ਪੈਂਦਾ, ਭਜਨ ਬੰਦਗੀ ਕਰਨੀ ਪੈਂਦੀ, ਤੇ ਨਹੀਂ ਦਿਖਾਈ ਨਹੀਂ ਦਿੰਦਾ। ਇਹੀ ਕਾਰਨ ਹੈ ਅੱਜ ਵਿਗਿਆਨ ਵਾਲੇ ਇੱਕ ਬਹੁਤ ਵੱਡੀ ਖੋਜ ਕਰ ਰਹੇ ਆ। ਉਹ ਕਹਿੰਦੇ ਜਦੋਂ ਕਿਸੇ ਇਨਸਾਨ ਦੀ ਮੌਤ ਹੋ ਜਾਂਦੀ ਹੈ, ਇਹ ਸਰੀਰ ਚੋਂ ਕੀ ਵਸਤੂ ਨਿਕਲਦੀ ਹੈ ਤੇ ਕਿੱਥੇ ਚਲੀ ਜਾਂਦੀ ਹੈ। ਉਹ ਆਪਣੀ ਮਨ ਨੂੰ ਤੇ ਆਪਣੀ ਆਤਮਾ ਨੂੰ ਵਿਗਿਆਨ ਦੇ ਸਾਧਨ ਨਾਲ ਵੇਖਣਾ ਚਾਹੁੰਦੇ ਆ, ਪਰ ਵਿਗਿਆਨ ਹਾਰ ਜਾਂਦਾ ਇੱਥੇ ਆ ਕੇ, ਕਿਉਂਕਿ ਕੁਝ ਕੁ ਚੀਜ਼ਾਂ ਸੂਖਮ ਹਨ ਜਿਹੜੀਆਂ ਵਿਗਿਆਨ ਦੇਖ ਸਕਦਾ। ਇਹ ਜਿਹੜਾ ਸਾਡਾ ਖੇਲ ਹੈ, ਮਾਲਕ ਨੇ ਗੁਰਬਾਣੀ ਦੇ ਅੰਦਰ ਸਮਝਾਇਆ। ਉਹ ਆਪਾਂ ਨੂੰ ਜੇ ਇਸ ਚੀਜ਼ ਨੂੰ ਵੇਖਣਾ ਚਾਹੁੰਦੇ ਆ ਤਾਂ ਫੇਰ ਸਾਨੂੰ ਵਾਹਿਗੁਰੂ ਅਕਾਲ ਪੁਰਖ ਦਾ ਭਜਨ ਸਿਮਰਨ ਬੰਦਗੀ ਕਰਕੇ ਉਹ ਨੇਤਰ ਖੋਲਣ ਦੀ ਲੋੜ ਆ, ਜਿਹਨੂੰ ਦਿਵ ਨੇਤਰ ਦਾ ਨਾਮ ਦਿੱਤਾ ਗਿਆ। ਤੇ ਜਦੋਂ ਫਿਰ ਸਾਡੀ ਅੰਦਰਲੀ ਅੱਖ ਖੁੱਲਦੀ ਆ, ਫੇਰ ਸਾਨੂੰ ਇਸੇ ਸਰੀਰ ਦੇ ਅੰਦਰ ਸਾਡਾ ਮਨ ਵੀ ਦਿਖਾਈ ਦਊਗਾ, ਸਾਡੀ ਆਤਮਾ ਵੀ ਦਿਖਾਈ ਦਊਗੀ, ਤੇ ਇਸੇ ਸਰੀਰ ਦੇ ਅੰਦਰ ਬੈਠਾ ਮਾਲਕ ਪਰਮਾਤਮਾ ਵੀ ਦਿਖਾਈ ਦਊਗਾ। ਤੇ ਜਿਨ੍ਹਾਂ ਜੀਵਾਂ ਨੇ ਫਿਰ ਇਹ ਚੀਜ਼ਾਂ ਨੂੰ ਵੇਖਿਆ ਤੇ ਉਹਨਾਂ ਨੇ ਗੁਰਬਾਣੀ ਦੇ ਅੰਦਰ ਫਿਰ ਸਾਰਾ ਅਨੁਭਵ ਸਾਨੂੰ ਲਿਖ ਕੇ ਦਿੱਤਾ। ਪਾਤਸ਼ਾਹ ਸਮਝਾ ਰਹੇ ਹਨ, ਇਸ ਤਨ ਮੈਂ ਮਨ ਕੋਈ ਗੁਰਮੁਖ ਵੇਖੈ, ਭਾਏ ਭਗਤ ਜਾਂ ਹਉਮੈ ਸੁਖੈ। ਇਹ ਸਰੀਰ ਦੇ ਅੰਦਰ ਆਪਣੇ ਆਪ ਨੂੰ ਵੇਖਣਾ ਉਹ ਤਦ ਸੰਭਵ ਹੋਵੇ ਜਦੋਂ ਪਰਮਾਤਮਾ ਦੀ ਪ੍ਰੇਮ ਨਾਲ ਭਗਤੀ ਕਰਕੇ ਅਸੀਂ ਜਿਹੜਾ ਹਉਮੈ ਦਾ ਰੋਗ ਹੈ ਇਸ ਨੂੰ ਖਤਮ ਕਰ ਲੈਂਦੇ ਹਾਂ। ਤੇ ਸਤਿਗੁਰੂ ਪਾਤਸ਼ਾਹ ਫਿਰ ਸਮਝਾ ਰਹੇ ਹਨ, ਕਹਿੰਦੇ ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ, ਜਿੰਨੇ ਵੀ ਜੀਵ ਸੂਖਮ ਨੇ, ਅਸਥੂਲ ਨੇ, ਇਹ ਸੰਸਾਰ ਦੇ ਅੰਦਰ ਆ ਰਹੇ ਹਨ ਤੇ ਜਾ ਰਹੇ ਆ। ਹੁਣ ਆਪਾਂ ਵੇਖਦੇ ਹਾਂ ਕਿੰਨੇ ਲੋਕ ਹਰ ਰੋਜ਼ ਇਹ ਸੰਸਾਰ ਦੇ ਅੰਦਰੋਂ ਜਾ ਰਹੇ ਆ। ਉਹਨਾਂ ਦੇ ਸਰੀਰ ਤਾਂ ਸਾਨੂੰ ਦਿਖਾਈ ਦਿੰਦੇ ਆ, ਕਿਉਂਕਿ ਸਰੀਰਾਂ ਨੂੰ ਨਸ਼ਟ ਕਰਨਾ ਹੁੰਦਾ, ਆਪਾਂ ਇਕੱਠੇ ਹੋ ਕੇ ਉਹਨਾਂ ਦਾ ਸ਼ਿਕਾਰ ਕਰ ਦਿੰਦੇ ਆ। ਪਰ ਜਿਹੜੀ ਇਹਦੇ ਵਿੱਚੋਂ ਵਸਤੂ ਨਿਕਲ ਗਈ ਉਹ ਅਨਦ੍ਰਿਸ਼ਟ, ਜਿਹੜੀ ਦੀਂਦੀ ਨਹੀਂ। ਜੇ ਕਿਤੇ ਸਾਰਾ ਖੇਲ ਦੀਂਦਾ ਹੋਵੇ ਕਿ ਕਿਵੇਂ ਜੀਵ ਨੂੰ ਫਿਰ ਫੜ ਕੇ ਲੈ ਜਾਂਦੇ ਆ, ਕਿਵੇਂ ਪਾਪੀ ਜੀਵਾਂ ਦੇ ਕੁੱਟ ਪੈਂਦੀ ਆ ਤੇ ਕਿਵੇਂ ਉਹਨਾਂ ਦਾ ਫਿਰ ਦੁੱਖ ਭੋਗਦੇ ਆ ਉਹ, ਫੇਰ ਤਾਂ ਸਾਨੂੰ ਸੌਖੀ ਸੋਝੀ ਆ ਜੇ। ਪਰ ਇਹ ਅਨਦ੍ਰਿਸ਼ਟ ਖੇਲ ਆ ਜਿਹੜਾ ਪਾਤਸ਼ਾਹ ਨੇ ਗੁਰਬਾਣੀ ਦੇ ਅੰਦਰ ਸਾਨੂੰ ਸਮਝਾਇਆ। ਸ਼ਬਦਾਂ ਮਾਹੇ ਬਖਾਣੀਏ ਬਿਰਲਾ ਤਾਂ ਬੂਝੈ ਕੋਏ। ਹੁਣ ਸਤਿਗੁਰੂ ਪਾਤਸ਼ਾਹ ਇੱਥੇ ਸਮਝਾ ਰਹੇ ਆ, ਆਪਨ ਚਲਤ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ। ਸਾਰਾ ਉਸ ਮਾਲਿਕ ਦੇ ਹੁਕਮ ਅੰਦਰ ਸ੍ਰਿਸ਼ਟੀ ਚੱਲ ਰਹੀ ਹੈ। ਹੁਣ ਜਿਹੜਾ ਧਾਰਮਿਕ ਪੱਖ ਇਹ ਜੀਵ ਨੇ ਗ੍ਰਹਿਣ ਕਰਨਾ ਹੁੰਦਾ ਆਪਦੇ ਜੀਵਨ ਦੀ ਸਫਲਤਾ ਵਾਸਤੇ। ਪਰ ਇੱਥੇ ਵੀ ਸਤਿਗੁਰੂ ਪਾਤਸ਼ਾਹ ਸਾਨੂੰ ਸਮਝਾ ਰਹੇ ਆ, ਦੋ ਤਰ੍ਹਾਂ ਦਾ ਖੇਲ ਹੈ। ਇੱਕ ਤਾਂ ਜੀ ਪਰਮਾਤਮਾ ਦਾ ਭਜਨ ਸਿਮਰਨ ਗੁਣ ਗਾਉਂਦੇ ਆ ਪਿਆਰ 'ਚ ਭਿੱਜ ਕੇ। ਜਿਹੜੇ ਪਿਆਰ 'ਚ ਭਿੱਜ ਕੇ ਗਾਉਂਦੇ ਆ ਉਹਨਾਂ ਨੂੰ ਕਿਹੜੀ ਚੀਜ਼ ਦੀ ਪ੍ਰਾਪਤੀ ਹੁੰਦੀ, ਉਹ ਮਹਾਰਾਜ ਗੁਰਬਾਣੀ ਅੰਦਰ ਸਮਝਾ ਰਹੇ ਆ। ਕਹਿੰਦੇ ਹਰ ਕੇ ਰੰਗ ਰਤਾ ਗੁਣ ਗਾਵੇ, ਰਸ ਰਸਾਲ ਰਸ ਸ਼ਬਦ ਰਵਈਆ। ਜਦੋਂ ਪਰਮਾਤਮਾ ਦੇ ਪਿਆਰ ਦੇ ਅੰਦਰ ਭੱਜ ਕੇ ਉਹਦੇ ਗਾਇਆ ਜਾਂਦਾ, ਉਹਨੂੰ ਹਰ ਕੇ ਰੰਗ ਰਤਾ ਮਨ ਗਾਵੇ, ਰਸ ਰਸਾਲ ਰਸ ਸ਼ਬਦ ਰਵਈਆ।
ਜਦੋਂ ਵਾਹਿਗੁਰੂ ਅਕਾਲ ਪੁਰਖ ਦੇ ਰੰਗ 'ਚ ਰੰਗੀਆਂ ਹੋਈਆਂ ਰੂਹਾਂ, ਇੱਕ ਤਾਂ ਹੁੰਦਾ ਬੱਧਾ ਚੱਟੀ ਭਰਨੀ, ਉਹਦਾ ਤਾਂ ਕੋਈ ਨਾ ਗਾਉਣਾ ਤੇ ਨਾ ਕੋਈ ਉਪਕਾਰ। ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ। ਇੱਕ ਹੁੰਦਾ ਮਾਲਕ ਦੇ ਪ੍ਰੇਮ 'ਚ ਭਿੱਜ ਕੇ ਸੇਵਾ ਔਰ ਸਿਮਰਨ ਤੇ ਉਹਦੇ ਗੁਣ ਗਾਉਣੇ। ਹਰ ਕੇ ਰੰਗ ਰਤਾ ਮਨ ਗਾਵੇ, ਰਸ ਰਸਾਲ ਰਸ ਸ਼ਬਦ ਰਵਈਆ। ਜਦੋਂ ਵਾਹਿਗੁਰੂ ਦੇ ਪਿਆਰ 'ਚ ਭਿੱਜ ਕੇ ਰਸ ਲੈ ਲੈ ਕੇ ਮਾਲਕ ਦੇ ਗੁਣ ਗਾਏ ਜਾਂਦੇ, ਸੇਵਾ ਸਿਮਰਨ ਕੀਤੀ ਜਾਂਦੀ, ਉਹਦਾ ਫਿਰ ਫਲ ਕੀ ਆ? ਪਾਤਸ਼ਾਹ ਕਹਿੰਦੇ ਨਿਜ ਘਰ ਧਾਰ ਚੋਏ ਅਤ ਨਿਰਮਲ। ਮਹਾਰਾਜ ਕਹਿੰਦੇ ਜਿਨ ਪੀਤੀ ਤਿਸ ਭੂਖ ਲਹਈਆ। ਉਹਦੀ ਨਿਸ਼ਾਨੀ ਕੀ ਆ? ਵਾਹਿਗੁਰੂ ਦੇ ਗੁਣ ਗਾਉਂਦਿਆਂ ਗਾਉਂਦਿਆਂ ਜਦੋਂ ਸਾਡਾ ਮਨ ਆਪਣੇ ਨਿਜ ਘਰ ਦੇ ਅੰਦਰ, ਅਸਲੀ ਘਰ ਦੇ ਅੰਦਰ ਪ੍ਰਵੇਸ਼ ਕਰ ਜਾਂਦਾ, ਉੱਥੇ ਸਾਨੂੰ ਅੰਦਰੋਂ ਅੰਮ੍ਰਿਤ ਦੀ ਧਾਰ ਮਿਲਣੀ ਸ਼ੁਰੂ ਹੋ ਜਾਂਦੀ ਹੈ। ਨਿਜ ਘਰ ਧਾਰ ਚੋਏ ਇਤ ਨਿਰਮਲ, ਜਿਨ ਪੀਤੀ ਤਿਸ ਭੂਖ ਲਹਈਆ। ਕਹਿੰਦੇ ਜਿਨ੍ਹਾਂ ਨੇ ਫਿਰ ਉਸ ਰਸ ਨੂੰ ਪੀ ਲਿਆ, ਉਹਨਾਂ ਦੇ ਮਨ ਦੀ ਦੁੱਖ ਅਤੇ ਭੁੱਖ ਖਤਮ ਹੋ ਜਾਂਦੀ ਹੈ। ਜਿਹੜੇ ਫਿਰ ਪਿਆਰ 'ਚ ਭਿੱਜ ਕੇ ਵਾਹਿਗੁਰੂ ਦਾ ਨਾਮ ਸਿਮਰਨ ਸੇਵਾ ਨਹੀਂ ਕਰਦੇ, ਸਿਰਫ ਇਕੱਲੇ ਧਰਮ ਦੇ ਕਰਮ ਕਾਂਡ ਕਰਦੇ ਆ, ਉਹ ਵੀ ਪਿਆਰ 'ਚ ਆ ਕੇ ਨਹੀਂ ਕਰਦੇ। ਉਹਨਾਂ ਦੀ ਵਾਰੋਂ ਕੀ ਮਹਾਰਾਜ ਨੇ ਸਾਨੂੰ ਸਮਝਾਇਆ? ਕਹਿੰਦੇ ਮਨ ਹੱਥ ਕਰਮ ਕਰੇ ਅਭਿਮਾਨੀ, ਜਿਉਂ ਬਾਲਕ ਬਾਲੂ ਘਰ ਉਸਰਈਆ। ਕਹਿੰਦੇ ਜਿਹੜੇ ਮਨ ਦੇ ਹਠੀ ਲੋਕ ਆ, ਉਹ ਕਹਿੰਦੇ ਜੀ ਨਾ ਤਾਂ ਅਸੀਂ ਸਿਮਰਨ ਕਰਨਾ, ਨਾ ਅਸੀਂ ਸੇਵਾ ਕਰਨੀ ਆ, ਨਾ ਅਸੀਂ ਪ੍ਰਮਾਤਮਾ ਨੂੰ ਧਿਆਉਣਾ, ਤੇ ਉਹ ਅਸੀਂ ਧਰਮੀ ਬਹੁਤ ਆ ਤੇ ਧਰਮ ਦੇ ਕਰਮ ਕਰਨੇ ਆ, ਤੇ ਗੁਰੂ ਮਤ ਅਨੁਸਾਰ ਨਹੀਂ ਕਰਨੇ, ਆਪਣੀ ਮਤ ਅਨੁਸਾਰ ਕਰਨੇ ਆ। ਉਹਨਾਂ ਦੀ ਫਿਰ ਹਾਲਤ ਕੈਸੀ ਆ? ਪਾਤਸ਼ਾਹ ਕਹਿੰਦੇ ਮਨ ਹੱਥ ਕਰਮ ਕਰੇ ਅਭਿਮਾਨੀ, ਜਿਉਂ ਬਾਲਕ ਬਾਲੂ ਘਰ ਉਸਰਈਆ। ਕਹਿੰਦੇ ਜਿਵੇਂ ਬਚਪਨ ਦੇ ਅੰਦਰ ਸਮੁੰਦਰ ਦੇ ਕਿਨਾਰੇ, ਪਾਣੀ ਦੇ ਕਿਨਾਰੇ ਬੱਚੇ ਇਕੱਠੇ ਹੋ ਕੇ ਰੇਤ ਦੇ ਘਰ ਬਣਾਉਂਦੇ ਆ, ਬਹੁਤ ਸੁੰਦਰ। ਉਹਨਾਂ ਨੇ ਰੇਤ ਦਾ ਘਰ ਬਣਾ ਲਿਆ ਤੇ ਹੋਇਆ ਕਿ ਆਵੇ ਲਹਿਰ ਸਮੁੰਦ ਸਾਗਰ ਕੀ, ਖਿਨਮੈ ਭਿੰਨ ਭਿੰਨ ਢਹਿ ਪਈਆ। ਕਹਿੰਦੇ ਉਹਨਾਂ ਨੇ ਬੜੇ ਰੇਤ ਦੇ ਸੁੰਦਰ ਘਰ ਬਣਾਏ। ਉਧਰੋਂ ਸਮੁੰਦਰ ਦੀ ਲਹਿਰ ਆਈ ਤਾਂ ਇੱਕ ਛਿਨ ਦੇ ਅੰਦਰ ਸਾਰੇ ਉਹ ਬਣਾਏ ਹੋਏ ਰੇਤੇ ਦੇ ਘਰ ਢਹਿ ਗਏ। ਜਿਹੜੇ ਗੁਰੂ ਦੀ ਮੱਤ ਤੋਂ ਬਗੈਰ ਤੇ ਪ੍ਰਮਾਤਮਾ ਦੇ ਪਿਆਰ ਤੋਂ ਬਗੈਰ ਧਰਮ ਦੇ ਕਰਮਾਂ ਮਨ ਦੇ ਹੱਠ ਦੁਆਰਾ ਕਰਨੇ ਆ, ਉਹਨਾਂ ਦਾ ਮਹਾਰਾਜ ਕਹਿੰਦੇ ਇੰਨਾ ਕੀ ਲਾਭ। ਮਨ ਦੇ ਹੱਠ ਨਾਲ ਜੀਵ ਕਰਮ ਕਰਦਾ, ਪਰ ਕਰਮ ਕਰਦੇ ਕਰਦੇ ਇੱਕ ਸਮੁੰਦਰ ਦੀ ਲਹਿਰ ਆਉਂਦੀ ਆ। ਬਾਹਰ ਆਪਾਂ ਪ੍ਰਤੱਖ ਸਮੁੰਦਰ ਦੀ ਲਹਿਰ ਉਦਾਹਰਣ ਦੇਤੀ, ਸਾਡੇ ਮਨ ਦੇ ਅੰਦਰ ਫਿਰ ਲਹਿਰਾਂ ਉੱਠਦੀਆਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਝੂਠ ਚੁਗਲੀ ਨਿੰਦਿਆ ਈਰਖਾ ਦੁਬਦਾ ਦੀਆਂ। ਉਹ ਇੱਕ ਹੀ ਲਹਿਰ ਜਦੋਂ ਆਉਂਦੀ ਆ, ਸਾਡੇ ਬਣੇ ਬਣਾਏ ਜਿਵੇਂ ਬਾਹਰ ਬੱਚਿਆਂ ਦੇ ਬਣਾਏ ਹੋਏ ਪ੍ਰਤੱਖ ਘਰ ਢਹਿ ਜਾਂਦੇ ਆ, ਸਾਡੇ ਮਨ ਦੇ ਅੰਦਰ ਜਿਹੜੇ ਵਿਚਾਰਾਂ ਦੇ ਬਣਾਏ ਹੋਏ ਘਰ ਆ ਉਹ ਢਹਿ ਜਾਂਦੇ ਆ। ਇਹ ਜਿਹੜੇ ਉਹਨਾਂ ਜੀਵਾਂ ਦੀ ਗੱਲ ਆ ਜਿਹੜੇ ਧਾਰਮਿਕ ਰਸਤੇ ਤਾਂ ਚੱਲਦੇ ਆ, ਗੁਰੂ ਦੀ ਮੱਤ ਤੋਂ ਬਗੈਰ ਚੱਲਦੇ ਆ, ਪਰਮਾਤਮਾ ਦੇ ਪਿਆਰ ਤੋਂ ਬਗੈਰ ਚੱਲਦੇ ਆ, ਸਿਰਫ ਉਹਨਾਂ ਨੂੰ ਮਨ ਦੇ ਹੱਠ ਦੁਆਰਾ ਕਰ ਰਹੇ ਆ। ਤੇ ਜਿਹੜੇ ਫਿਰ ਵਾਹਿਗੁਰੂ ਦੇ ਪਿਆਰ 'ਚ ਭਿੱਜ ਕੇ ਕਰਦੇ, ਉਹਨਾਂ ਦਾ ਮਹਾਰਾਜ ਨੇ ਆਪਾਂ ਨੂੰ ਫਲ ਦੱਸਿਆ, ਹਰ ਕੇ ਰੰਗ ਰਤਾ ਮਨ ਗਾਵੇ। ਮਹਾਰਾਜ ਕਹਿੰਦੇ ਮਾਲਕ ਦੇ ਪਿਆਰ 'ਚ ਭਿੱਜ ਕੇ ਜਦੋਂ ਉਹਦੇ ਗੁਣਾਂ ਦਾ ਗਾਇਨ ਕੀਤਾ ਜਾਂਦਾ, ਹਰ ਕੇ ਰੰਗ ਰਤਾ ਮਨ ਗਾਵੇ, ਰਸ ਰਸਾਲ ਰਸ ਸ਼ਬਦ ਰਵਈਆ। ਗਾਉਂਦੇ ਗਾਉਂਦੇ ਮਾਲਕ ਦੇ ਅੰਦਰ ਲੀਨ ਹੋ ਜਾਣਾ, ਸਵਾਦ ਲੈ ਲੈ ਕੇ, ਰਸ ਲੈ ਲੈ ਕੇ
परमात्मा ਦੇ ਗੁਣਾਂ ਨੂੰ ਗਾਉਣਾ। ਗਾਉਂਦਿਆਂ ਗਾਉਂਦਿਆਂ ਫਿਰ ਕੀ ਹੋਵੇ? ਮਹਾਰਾਜ ਜੀ ਕਹਿੰਦੇ ਨਿਜ ਘਰ ਧਾਰ ਚੂਏ ਇਤ ਨਿਰਮਲ। ਇਹ ਪਰਮਾਤਮਾ ਦਾ ਭਜਨ ਕਰਦਿਆਂ ਕਰਦਿਆਂ ਫਿਰ ਸਾਡੇ ਅੰਦਰੋਂ ਜਦੋਂ ਨਿਜ ਘਰ ਦੇ ਅੰਦਰ ਫਿਰ ਘਰ ਦੇ ਅੰਦਰ ਸਾਡੀ ਸੁਰਤ ਪ੍ਰਵੇਸ਼ ਕਰਦੀ, ਉੱਥੇ ਦੀ ਨਿਸ਼ਾਨੀ ਆ ਫਿਰ ਅੰਦਰੋਂ ਅੰਮ੍ਰਿਤ ਦੀ ਧਾਰ ਜੀਵ ਨੂੰ ਮਿਲਣੀ ਸ਼ੁਰੂ ਹੁੰਦੀ, ਜਿਹੜਾ ਫਿਰ ਉਹਨੂੰ ਪੀਂਦਾ। ਭਗਤ ਕਬੀਰ ਜੀ ਕਹਿੰਦੇ ਕਹੋ ਕਬੀਰ ਗੁੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਉਹਨਾਂ ਨੂੰ ਫਿਰ ਇਹ ਜੀਵਨ ਦੀ ਸੋਝੀ ਆਉਂਦੀ। ਪਾਤਸ਼ਾਹ ਸਮਝਾ ਰਹੇ ਆ, ਜਾਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ। ਕਹਿੰਦੇ ਜਾ ਸੰਸਾਰ ਦੇ ਅੰਦਰ ਜੋ ਆ ਦਿਖਾਈ ਦੇ ਰਿਹਾ ਜਾਂ ਨਹੀਂ, ਸੂਖਮ ਅਸਥੂਲ ਦੋ ਚੀਜ਼ਾਂ ਨੇ, ਇਹ ਸੰਸਾਰ ਦੇ ਅੰਦਰ ਆ ਰਹੀਆਂ ਤੇ ਜਾ ਰਹੀਆਂ। ਆਗਿਆਕਾਰੀ ਧਾਰੀ ਸਭ ਸ੍ਰਿਸ਼ਟ, ਉਹ ਪ੍ਰਮਾਤਮਾ ਨੇ ਸਾਰੀ ਸ੍ਰਿਸ਼ਟੀ ਆਪਣੇ ਹੁਕਮ ਦੇ ਅੰਦਰ ਚਲਾਈ ਆ। ਇੱਥੋਂ ਤੱਕ ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਅੰਤ ਨਾ ਅੰਤ। ਭੈ ਵਿੱਚ ਪਵਨ ਬਹੈ ਸਦ ਬਾਓ, ਭੈ ਵਿੱਚ ਚੱਲੇ ਲਖ ਦਰਿਆਓ। ਭੈ ਵਿੱਚ ਅਗਨ ਕੱਢੇ ਬੇਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਨਹੀਂ ਤਾਂ ਦੇਖੋ ਕੈਸਾ ਵਾਹਿਗੁਰੂ ਦਾ ਖੇਲ ਆ, ਥੱਲੇ ਪਾਣੀ ਆ, ਉੱਤੇ ਧਰਤੀ ਰੱਖੀ ਹੋਈ ਹੈ। ਜੇ ਆ ਕੌਣ ਪਰਮਾਤਮਾ ਦੇ ਭੈ ਚ ਨਾ ਹੋਵੇ ਤਾਂ ਇਹ ਇੱਕ ਛਿਨ ਦੇ ਅੰਦਰ ਇੱਥੇ ਤਬਾਹੀ ਮਚਾ ਸਕਦੀ ਹੈ। ਜੇ ਸੂਰਜ ਪਰਮਾਤਮਾ ਦੇ ਭੈ ਚ ਨਾ ਹੋਵੇ, ਇੱਥੇ ਸਰੀਰ ਸੰਸਾਰ ਦਾ ਅੰਤ ਹੋ ਸਕਦਾ। ਕਹਿਣ ਤੋਂ ਭਾਵ ਸਾਰੀ ਚੀਜ਼ ਮਾਲਿਕ ਦੇ ਹੁਕਮ ਦੇ ਅੰਦਰ ਚੱਲ ਰਹੀ ਆ। ਬਸ ਇੱਕ ਇਨਸਾਨ ਜਿਹਨੂੰ ਉਹਨੇ ਸਾਰਿਆਂ ਤੋਂ ਉੱਤਮ ਬਣਾਇਆ, ਆਪਣਾ ਰੂਪ ਬਣਾ ਕੇ ਸੰਸਾਰ ਦੇ ਅੰਦਰ ਭੇਜਿਆ ਤੇ ਇੰਨਾ ਵੱਡਾ ਇਹਨੂੰ ਗਿਆਨ ਦੇ ਕੇ ਭੇਜਿਆ ਤੇ ਇਹਨੂੰ ਏਡੀ ਵੱਡੀ ਮਹਾਰਾਜ ਵਡਿਆਈ ਬਖਸ਼ਿਸ਼ ਕਰ ਰਹੇ ਆ ਕਿ ਜੇ ਤੂੰ ਸੰਸਾਰ ਤੇ ਜਾ ਕੇ ਮੇਰੇ ਭੈ ਦੇ ਅੰਦਰ ਰਹਿ ਕੇ ਮਾਲਿਕ ਦੇ ਗੁਣਾਂ ਨੂੰ ਗਾਵੇਂਗਾ, ਮੈਨੂੰ ਯਾਦ ਕਰੇਂਗਾ, ਮੈਂ ਤੈਨੂੰ ਆਪਣਾ ਰੂਪ ਹੀ ਬਖਸ਼ਿਸ਼ ਕਰ ਦੂੰਗਾ। ਤੇ ਅਸੀਂ ਅਗਿਆਨਤਾ ਦੇ ਹਨੇਰੇ ਦੇ ਅੰਦਰ ਕਈ ਵਾਰ ਉਸ ਮਾਲਿਕ ਦੇ ਹੁਕਮ ਤੋਂ ਬਾਹਰ ਆ ਜਾਂਦੇ ਹਾਂ। ਇਹੀ ਸਾਡੇ ਦੁੱਖਾਂ ਦਾ ਕਾਰਨ ਸਾਰੇ ਸੰਸਾਰ ਦੇ ਅੰਦਰ ਆਪਾਂ ਵੇਖ ਰਹੇ ਹਾਂ। ਤੋਬਾ ਤੋਬਾ ਦੀ ਆਵਾਜ਼ ਆ ਰਹੀ ਹੈ, ਖੁਆਰੀ ਹੋ ਰਹੀ ਹੈ, ਜਿਹਦਾ ਕਾਰਨ ਹੀ ਇਹ ਹੈ ਕਿ ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ ਜਾ ਕੋ ਓਟ ਤੁਹਾਰੀ। ਆਪੇ ਆਪ ਸਗਲ ਮਹਿ ਆਪ, ਅਨਕ ਜੁਗਤ ਰਚ ਸਾਪ ਅਥਾਪ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਮਝਾ ਰਹੇ ਹਨ ਕਿ ਦੇਖੋ ਕਿੱਡਾ ਵੱਡਾ ਸੰਸਾਰ, ਚਾਰ ਖਾਣੀਆਂ ਦੁਆਰਾ ਪੈਦਾ ਕੀਤਾ, ਅੰਡਜ, ਜੇਰਜ, ਸੇਤਜ ਤੇ ਉਤਭੁਜ। ਆਂਡਿਆਂ ਦੁਆਰਾ ਜੀਵਾਂ ਦੀ ਪੈਦਾਇਸ਼ ਹੋ ਰਹੀ ਹੈ, ਸੇਤਜ ਦੁਆਰਾ ਹੋ ਰਹੀ ਹੈ ਜਿਹਨੂੰ ਪਸੀਨਾ ਆਪਾਂ ਕਹਿੰਦੇ ਆ, ਜ਼ੇਰ ਦੁਆਰਾ ਹੋ ਰਹੀ ਹੈ, ਤੇ ਆਪਣਾ ਉਤਭੁਜ ਜਿਹੜੀ ਧਰਤੀ ਦੇ ਅੰਦਰੋਂ ਪੈਦਾ ਹੁੰਦੀ ਆ ਬਨਸਪਤੀ, ਇਹਨੂੰ ਉਤਭੁਜ ਦਾ ਨਾਮ ਦੇ ਦਿੱਤਾ ਗਿਆ। ਮਹਾਰਾਜ ਜੀ ਕਹਿੰਦੇ ਚਾਰ ਖਾਣੀਆਂ ਦੁਆਰਾ ਕਿੱਡਾ ਵੱਡਾ ਸੰਸਾਰ ਦਾ ਖੇਡ ਮਾਲਕ ਨੇ ਬਣਾਇਆ। ਤੇ ਵੱਡੀ ਗੱਲ ਇਹ, ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਕੇ ਸਾਰਿਆਂ ਦੇ ਅੰਦਰ ਆਪ ਬੈਠਾ। ਆਪੇ ਆਪ ਸਗਲ ਮਹਿ ਆਪ, ਅਨਕ ਜੁਗਤ ਰਚ ਥਾਪ ਅਥਾਪ। ਕਹਿੰਦੇ ਕਿੱਡੀ ਵੱਡੀ ਜੁਗਤਾ ਪਰਮਾਤਮਾ ਕੋਲੇ, ਕਿੱਡਾ ਵੱਡਾ ਉਹ ਕਲਾਕਾਰ, ਕਿੱਡਾ ਵੱਡਾ ਸੰਸਾਰ। ਇੱਕ ਦੂਸਰੇ ਦੇ ਨਾਲ ਸਾਡੀ ਸ਼ਕਲ ਨਹੀਂ ਮਿਲਦੀ, ਸਾਡੀ ਕਈ ਵਾਰ ਅਕਲ ਵੀ ਨਹੀਂ ਮਿਲਦੀ, ਤੇ ਕਿੱਡਾ ਵੱਡਾ 84 ਲੱਖ ਜੂਨ ਦਾ ਖੇਡ ਆ। ਕਿਤੇ ਇਸ ਨੂੰ ਹੀ ਮਹਾਰਾਜ ਕਹਿੰਦੇ ਵੇਖ ਕੇ ਝਾਤੀ ਮਾਰ ਲਓ। ਜੇ ਭਾਵੇਂ ਸਾਰੇ ਮਨੁੱਖਾਂ ਦੇ ਸਰੀਰਾਂ ਦੇ ਮੁੱਖ ਇੱਕੋ ਜਿਹੇ ਹੁੰਦੇ, ਕਿਵੇਂ ਸੰਸਾਰ ਦੇ ਅੰਦਰ ਇੱਥੇ ਇੱਕ ਸਮਾਨ ਪਿਆ ਰਹਿੰਦਾ,
ਉਸ ਮਾਲਿਕ ਦੀ ਕਿੱਡੀ ਕਲਾ, ਕਿਸੇ ਨਾਲ ਸਾਡੇ ਆ ਉਂਗਲਾਂ ਦੇ ਫਿੰਗਰ ਪ੍ਰਿੰਟ ਨਹੀਂ ਮਿਲਦੇ, ਅੱਖਾਂ ਦੇ ਆ ਉਹ ਨਹੀਂ ਮਿਲਦੇ। ਕਿੱਡਾ ਵੱਡਾ ਕਾਰੀਗਰ ਆ, ਕਿੱਡੀਆਂ ਕੁ ਜੁਗਤਾਂ। ਪਾਤਸ਼ਾਹ ਕਹਿੰਦੇ ਅਨਕ ਜੁਗਤ ਰਚ ਥਾਪ ਉਥਾਪ, ਕਿੱਡੀ ਵੱਡੀ ਜੁਗਤੀ ਆ, ਕਿੰਨਾ ਵੱਡਾ ਸੰਸਾਰ ਪੈਦਾ ਕਰਕੇ ਤੇ ਉਹਦਾ ਨਾਸ਼ ਕਰ ਰਿਹਾ ਤੇ ਉਹਨੂੰ ਦੁਬਾਰੇ ਫੇਰ ਪੈਦਾ ਕਰੀ ਜਾਂਦਾ। ਇੱਕ ਸ਼ਬਦ ਦੇ ਵਿੱਚੋਂ ਹੀ ਸਾਰਾ ਖੇਡ ਚੱਲ ਰਿਹਾ। ਉਤਪਤ ਪਰਲੋਂ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋ ਗਏ। ਸਤਿਗੁਰੂ ਪਾਤਸ਼ਾਹ ਅੱਗੇ ਸਮਝਾ ਰਹੇ ਹੈ, ਕਹਿੰਦੇ ਅਵਨਾਸੀ ਨਾਹੀ ਕਿਛ ਖੰਡ, ਧਾਰਨ ਧਾਰ ਰਹਿਓ ਬ੍ਰਹਮੰਡ। ਕਹਿੰਦੇ ਜਿਹੜਾ ਉਹ ਮਾਲਿਕ ਆ ਉਹ ਅਵਨਾਸੀ ਆ, ਆਪ ਨਾਸ ਤੋਂ ਰਹਿਤ ਆ। ਉਹਦੇ ਕੋਈ ਟੁਕੜੇ ਨਹੀਂ ਕਰ ਸਕਦਾ, ਉਹਨੂੰ ਕੋਈ ਕੱਟ ਵੱਢ ਨਹੀਂ ਸਕਦਾ। ਨਿਰਾਕਾਰ, ਨਾਸ ਤੋਂ ਰਹਿਤ ਆ, ਅਵਨਾਸੀ, ਨਾਹੀ ਕਿਛ ਖੰਡ, ਤੇ ਨਾ ਹੀ ਉਹਦਾ ਕੋਈ ਟੁਕੜੇ ਕੀਤੇ ਜਾ ਸਕਦੇ ਆ। ਧਾਰਨ ਧਾਰ ਰਹਿਓ ਬ੍ਰਹਮੰਡ, ਕਹਿੰਦੇ ਕਿੱਡਾ ਵੱਡਾ ਉਹਨੇ ਬ੍ਰਹਮੰਡ ਧਾਰਨ ਕੀਤਾ ਹੋਇਆ। ਤੇ ਆ ਜਿਹੜਾ ਖਾਲੀ ਖਲਾ ਇਹਨੂੰ ਕਹਿੰਦੇ ਆ ਬ੍ਰਹਮੰਡ। ਜਿੱਥੇ ਅੱਜ ਵਿਗਿਆਨ ਬਹੁਤ ਖੋਜ ਕਰ ਰਿਹਾ, ਇੱਕ ਬ੍ਰਹਮੰਡ ਦੀ ਖੋਜ ਨਹੀਂ ਹੋ ਰਹੀ, ਕਿਉਂਕਿ ਕਈ ਜਗ੍ਹਾ ਬ੍ਰਹਮੰਡ 'ਚ ਐਸੀਆਂ ਨੇ ਜਿੱਥੇ ਬਹੁਤ ਧੰਦੂਕਾਰਾ, ਉੱਥੇ ਇਹਨਾਂ ਦੇ ਰੌਕਟ ਵੀ ਨਹੀਂ ਕੰਮ ਕਰਦੇ। ਤੇ ਬਾਣੀ ਜਦੋਂ ਪੜ੍ਹਦੇ ਆ, ਮਹਾਰਾਜ ਕਹਿੰਦੇ ਕਰੋੜਾਂ ਹੀ ਬ੍ਰਹਮੰਡ ਆ, ਅਜੇ ਇੱਕ ਦੀ ਖੋਜ ਨਹੀਂ ਹੋ ਰਹੀ। ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ, ਪ੍ਰਤਪਾਲੇ ਨਿਤਸਾਰ ਸੰਭਾਲੇ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਕਹਿੰਦੇ ਇਹ ਇਨਸਾਨ ਐਡਾ ਮੂਰਖ ਬਣ ਗਿਆ, ਜਿਹੜਾ ਕਰੋੜਾਂ ਬ੍ਰਹਮੰਡਾਂ ਦਾ ਮਾਲਿਕ ਹੈ, ਦਾਤਾਂ ਦੇਣ ਵਾਲਾ। ਕੋਟ ਬ੍ਰਹਮੰਡ ਕੋ ਦਾਤਾ ਸੁਆਮੀ, ਸਰਬ ਜੀਆਂ ਕਾ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ, ਪ੍ਰਤਪਾਲੇ ਨਿਤਸਾਰ ਸੰਭਾਲੇ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਕਹਿੰਦੇ ਇਹ ਜਿਹੜਾ ਜੀਵ ਆ ਏਡਾ ਮੂਰਖ ਬਣ ਗਿਆ, ਜਿਹੜਾ ਕਰੋੜਾਂ ਬ੍ਰਹਮੰਡਾਂ ਦਾ ਮਾਲਕ ਵਾਹਿਗੁਰੂ ਆ, ਦਾਤਾਂ ਦੇ ਰਿਹਾ, ਸਵਾਸ ਸਵਾਸ ਸਾਡੀ ਪ੍ਰਤਪਾਲਣਾ ਕਰ ਰਿਹਾ। ਇਹ ਮੂਰਖ ਨੇ ਇੱਕ ਗੁਣ ਵੀ ਨਹੀਂ ਮਾਲਕ ਦਾ ਯਾਦ ਕੀਤਾ। ਹੁਣ ਆਪਾਂ ਆਪਦੇ ਅੰਦਰ ਝਾਤੀ ਮਾਰ ਕੇ ਵੇਖਣੀ ਹੈ ਕਿ ਜੇ ਏਡੇ ਵੱਡੇ ਮਾਲਕ ਦੇ ਗੁਣਾਂ ਨੂੰ ਅਸੀਂ ਨਹੀਂ ਯਾਦ ਕਰਦੇ ਤਾਂ ਅਸੀਂ ਸਿਆਣੇ ਨਹੀਂ, ਫਿਰ ਸਾਨੂੰ ਮੂਰਖਾਂ ਦਾ ਨਾਂ ਦਿੱਤਾ ਗਿਆ। ਤੇ ਜੇ ਅਸੀਂ ਆਪਣੇ ਮਾਲਕ ਨੂੰ ਨਹੀਂ ਭੁੱਲਦੇ, ਫਿਰ ਜਪਜੀ ਸਾਹਿਬ ਦੀ ਬਾਣੀ 'ਚ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ, ਗੁਰਾਂ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਨਾ ਜਾਈ। ਧਾਰਨ ਧਾਰ ਰਹਿਓ ਬ੍ਰਹਮੰਡ, ਅਲਖ ਅਭੇਵ ਪੁਰਖ ਪ੍ਰਤਾਪ, ਆਪ ਜਪਾਏ ਤਾਂ ਨਾਨਕ ਜਾਪ। ਹੁਣ ਪਾਤਸ਼ਾਹ ਅਖੀਰਲੀ ਪੰਕਤੀ 'ਚ ਸਮਝਾ ਰਹੇ ਆ, ਕਹਿੰਦੇ ਉਹ ਮਾਲਕ ਅਲਖ, ਜਿਹਨੂੰ ਲਿਖਿਆ ਨਹੀਂ ਜਾ ਸਕਦਾ, ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ। ਅਭੇਵ ਆ, ਉਹ ਕਿਸੇ ਨਾਲ ਭੇਦ ਨਹੀਂ ਕਰਦਾ। ਪੁਰਖ ਹੈ ਸਾਰਿਆਂ ਦਾ, ਆਪਾਂ ਜੀਵ ਰੂਪੀ ਇਸਤਰੀਆਂ, ਉਹਨੂੰ ਪਤੀ ਕਹਿਤਾ। ਪ੍ਰਤਾਪ, ਤੇ ਜਿਹਦਾ ਸਾਰੇ ਸੰਸਾਰ ਦੇ ਉੱਪਰ ਪ੍ਰਤਾਪ। ਆਪ ਜਪਾਏ ਤਾਂ ਨਾਨਕ ਜਾਪ। ਇੱਥੇ ਮਾਲਕ ਨੇ ਸਾਡੇ ਮਨਾਂ ਦੇ ਅੰਦਰ ਕੋਈ ਹੰਕਾਰ ਨਾ ਆ ਜੇ ਕਿ ਅਸੀਂ ਬੜੇ ਧਰਮੀ ਬਣ ਗਏ ਜੀ, ਅਸੀਂ ਤਾਂ ਬਹੁਤ ਸਿਮਰਨ ਕਰਦੇ ਹਾਂ, ਅਸੀਂ ਬਹੁਤ ਬਾਣੀ ਪੜ੍ਹਦੇ ਹਾਂ। ਮਹਾਰਾਜ ਨੇ ਸਾਡੇ ਮਨ ਨੂੰ ਅਹੰਕਾਰ ਦੇ ਵਿੱਚੋਂ ਜਾਣ ਦੇ ਲਈ ਇਹ ਸ਼ਬਦ ਵਰਤੇ ਗੁਰਬਾਣੀ ਦੇ ਅੰਦਰ ਕਿ ਭਾਈ ਜੇ ਤੂੰ ਮਾਲਕ ਨੂੰ ਜਪਦਾ, ਇਹ ਵੀ ਉਹਦੀ ਕਿਰਪਾ ਹੀ ਆ। ਜੇ ਉਹ ਤੈਨੂੰ ਭੁਲਾ ਦੇਵੇ ਤਾਂ ਤੇਰਾ ਗੁਰੂ ਦੇ ਬਲ ਨੂੰ ਮੁੱਖ ਨਹੀਂ ਹੋਣਾ, ਕਿਉਂਕਿ ਮਾਇਆ ਦਾ ਬੜਾ ਖੇਲ ਬਰੀਕੀ 'ਚ ਚੱਲ ਰਿਹਾ। ਮਾਇਕ ਪਦਾਰਥ ਨੇ ਇਨਸਾਨ ਨੂੰ ਹਰ ਸਮੇਂ ਆ ਸੰਸਾਰ ਦੇ ਰਸ ਕਸ ਵਾਸ਼ਨਾਵਾਂ, ਮਾਇਆ ਦਾ ਖੇਲ ਆ, ਆਪਦੇ ਬਲ ਨੂੰ ਖਿੱਚਦੀਆਂ ਬਹੁਤ।
ਇਹ ਤਾਂ ਆਪਾਂ ਪ੍ਰੈਕਟੀਕਲ ਕਰ ਲਿਓ, ਇਨਸਾਨ ਬੁਢੇਪੇ 'ਚ ਚਲਿਆ ਜਾਂਦਾ, ਪਰ ਆ ਸੰਸਾਰ ਦੀ ਜਿਹੜੀ ਖਿੱਚ ਆ ਉਹ ਖਤਮ ਨਹੀਂ ਹੁੰਦੀ। ਜਿਹੜੇ ਜੀ ਫਿਰ ਮਾਲਕ ਦੇ ਅੱਗੇ ਆਪਾਂ ਸਮਰਪਣ ਕਰਕੇ ਗੁਰੂ ਦੀ ਮੱਤ ਲੈ ਕੇ ਯਤਨ ਕਰਦੇ ਆ, ਉਹਨਾਂ ਨੂੰ ਫਿਰ ਉਹ ਮਾਲਕ ਆਪਣਾ ਨਾਮ ਜਪਾਉਂਦਾ। ਜਪਦਿਆਂ ਕੋਈ ਐਸਾ ਰਸ ਸਾਨੂੰ ਦੇ ਦਿੰਦਾ, ਐਸੀ ਖੇਲ ਸਾਡੇ ਜੀਵਨ ਦੇ ਅੰਦਰ ਘਟ ਜਾਂਦੀ ਹੈ, ਕੋਈ ਰੂਹਾਨੀਅਤ ਦੀ ਤਾਰ ਪ੍ਰਮਾਤਮਾ ਦਾ ਸਿਮਰਨ ਕਰਦਿਆਂ ਖੜਕ ਜਾਂਦੀ ਹੈ। ਫੇਰ ਸਾਡੇ ਮਨ ਨੂੰ ਪਤਾ ਲੱਗਦਾ ਕਿ ਇਹ ਦ੍ਰਿਸ਼ਟਮਾਨ ਸੰਸਾਰ ਤੋਂ ਅੱਗੇ ਹੋਰ ਵੀ ਬਹੁਤ ਕੁਝ ਹੈ, ਕਿ ਜਿੱਥੇ ਤੱਕ ਆਪਾਂ ਖੜੇ ਹਾਂ ਇਹ ਤਾਂ ਕੁਛ ਵੀ ਨਹੀਂ, ਇਹਨੂੰ ਤਾਂ ਸੁਪਨਾ ਕਹਿਤਾ। ਤੇ ਉਹਨਾਂ ਨੂੰ ਮਾਲਕ ਵੀ ਫਿਰ ਆਪਣੇ ਨਾਮ ਭਜਨ ਦੇ ਨਾਲ ਜੋੜ ਲੈਂਦਾ ਹੈ। ਇਹ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅੱਜ 14ਵੀਂ ਅਸ਼ਟਪਦੀ ਦੇ ਅੰਦਰ 6ਵੇਂ ਪਦੇ ਦੇ ਅੰਦਰ ਆਪਾਂ ਨੂੰ ਗਿਆਨ ਬਖਸ਼ਿਸ਼ ਕੀਤਾ। ਆਓ ਫਿਰ ਆਪਾਂ ਨਾਲ ਦੀ ਨਾਲ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣੀਏ। ਉਸ ਮਾਲਿਕ ਦੇ ਨਾਲ ਮਿਲਾਪ ਕਰਨ ਦੇ ਲਈ, ਉਹਦੀ ਸੇਵਾ ਭਗਤੀ ਦਾ ਕੋਈ ਆਨੰਦ ਮਾਣਨ ਦੇ ਲਈ, ਉਹ ਤੋਂ ਕਿਰਪਾ ਦੇ ਪਾਤਰ ਬਣਨ ਲਈ ਨਾਲ ਦੀ ਨਾਲ ਅਭਿਆਸ ਕਰਦੇ ਚੱਲੀਏ, ਕਿਉਂਕਿ ਦੋਨੋਂ ਚੀਜ਼ਾਂ ਜ਼ਰੂਰੀ ਨੇ। ਗਿਆਨ ਵੀ ਲੈਣਾ ਤੇ ਗੁਰਮੰਤਰ ਦਾ ਜਾਪ ਵੀ ਕਰਨਾ। ਹਾਂਜੀ, ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ